ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਸ਼੍ਰੇਣੀ 10ਵੀਂ ਵਿਸ਼ਾ ਇਤਿਹਾਸ ਪਾਠ ਨੰਬਰ 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਪਹਿਲਾ ਕੁਐਸਚਨ ਛੋਟੇ ਕੁਐਸਚਨ ਨੇ, ਬਹਿਲੋਲ ਖਾਂ ਲੋਧੀ ਕੌਣ ਸੀ? ਹੂ ਵਾਜ਼ ਬਹਿਲੋਲ ਖਾਂ ਲੋਧੀ? ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ ਸੀ ਅਤੇ ਲੋਧੀ ਵੰਸ਼ ਦਾ ਸੰਸਥਾਪਕ। ਬਹਿਲੋਲ ਖਾਂ ਲੋਧੀ ਵਾਜ਼ ਦਾ ਫਾਊਂਡਰ ਆਫ ਦਾ ਲੋਧੀ ਡਾਇਨੈਸਟੀ ਐਂਡ ਦਾ ਸੁਲਤਾਨ ਆਫ ਦਿੱਲੀ। ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ ਅਤੇ ਲੋਧੀ ਵੰਸ਼ ਦਾ ਸੰਸਥਾਪਕ ਸੀ। ਇਬਰਾਹਿਮ ਲੋਧੀ ਦਾ ਇੱਕ ਗੁਣ ਦੱਸੋ। ਬਹਿਲੋਲ ਖਾਂ ਲੋਧੀ ਨੇ ਲੋਧੀ ਵੰਸ਼ ਦੀ ਨੀਂਹ ਰੱਖੀ ਸੀ 1451 ਈਸਵੀ ਦੇ ਵਿੱਚ, ਜਿਸ ਨੇ 1451 ਤੋਂ ਲੈ ਕੇ 1499 ਈਸਵੀ ਤੱਕ ਰਾਜ ਕੀਤਾ ਸੀ। 1499 ਤੋਂ ਲੈ ਕੇ 1517 ਈਸਵੀ ਤੱਕ ਬਹਿਲੋਲ ਲੋਧੀ ਦੇ ਪੁੱਤਰ ਨਿਜ਼ਾਮ ਖਾਨ ਭਾਵ ਸਿਕੰਦਰ ਲੋਧੀ ਨੇ ਰਾਜ ਕੀਤਾ ਸੀ। 1517 ਤੋਂ ਬਾਅਦ ਇਬਰਾਹਿਮ ਲੋਧੀ ਨੇ ਦਿੱਲੀ ਸਲਤਨਤ 'ਤੇ ਰਾਜ ਕੀਤਾ। ਤਾਂ ਇਬਰਾਹਿਮ ਲੋਧੀ ਦਾ ਇੱਕ ਗੁਣ, ਉਹ ਇੱਕ ਬਹਾਦਰ ਸਿਪਾਹੀ ਅਤੇ ਕਾਫੀ ਹੱਦ ਤੱਕ ਕਾਮਯਾਬ ਜਰਨੈਲ ਸੀ। ਹੀ ਵਾਜ਼ ਏ ਬਰੇਵ ਸੋਲਜਰ ਐਂਡ ਏ ਵੈਰੀ ਸਕਸੈਸਫੁਲ ਜਰਨੈਲ ਇੱਕ ਬਹਾਦਰ ਜੋ ਸੈਨਾ ਦੀ ਅਗਵਾਈ ਕਰਦਾ ਉਸ ਨੂੰ ਕਿਹਾ ਜਾਂਦਾ। ਇਬਰਾਹਿਮ ਲੋਧੀ ਦੇ ਦੋ ਅਗੁਣ, ਇਬਰਾਹਿਮ ਲੋਧੀ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਦਾ ਸੀ। ਜੋ ਇਬਰਾਹਿਮ ਲੋਧੀ ਸੀਗਾ ਉਹ ਆਪਣੇ ਸਰਦਾਰਾਂ 'ਤੇ ਆਪਣੇ ਰਾਜ ਦਰਬਾਰੀਆਂ 'ਤੇ ਯਕੀਨ ਨਹੀਂ ਕਰਦਾ ਸੀ, ਉਹ ਉਹਨਾਂ 'ਤੇ ਰੋਹ ਪਾ ਕੇ ਰੱਖਣਾ ਚਾਹੁੰਦਾ ਸੀ। ਉਹ ਪਠਾਨਾਂ ਦੇ ਸੁਭਾਅ ਅਤੇ ਆਚਰਣ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਇਹ ਇਬਰਾਹਿਮ ਲੋਧੀ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ। ਉਹ ਕਿਉਂਕਿ ਪਠਾਨ ਉਹ ਸਾਰੇ ਜੋ ਉਸਦੇ ਸਰਦਾਰ ਸਨ ਉਹ ਅਫਗਾਨ ਸਨ ਅਤੇ ਉਹਨਾਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਸਮਝ ਨਾ ਸਕਿਆ, ਜਿਸ ਕਰਕੇ ਇਸ ਦੇ ਰਾਜ ਦੇ ਵਿੱਚ ਬਗਾਵਤਾਂ ਸ਼ੁਰੂ ਹੋ ਗਈਆਂ ਸਨ। ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿੱਚ ਉਸਨੇ ਕਿਸ ਨੂੰ ਹਰਾਇਆ? ਬਾਬਰ ਨੂੰ ਪੰਜਾਬ ਉੱਤੇ ਜਿੱਤ 15 ਅਪ੍ਰੈਲ 1526 ਈਸਵੀ ਨੂੰ ਪ੍ਰਾਪਤ ਹੋਈ ਅਤੇ ਇਸ ਲੜਾਈ ਵਿੱਚ ਉਸਨੇ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਇਬਰਾਹਿਮ ਲੋਧੀ ਵੰਸ਼ ਦਾ ਆਖਰੀ ਸ਼ਾਸਕ ਸੀ। ਮੁਸਲਿਮ ਸਮਾਜ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? ਮੁਸਲਿਮ ਸਮਾਜ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ: ਅਮੀਰ ਅਤੇ ਸਰਦਾਰ, ਉਲਮਾ ਅਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਇਸ ਤਰ੍ਹਾਂ 4 ਭਾਗਾਂ ਵਿੱਚ ਮੁਸਲਿਮ ਸਮਾਜ ਵੰਡਿਆ ਹੋਇਆ ਸੀ। ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ? ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਘੇ ਵਿਦਵਾਨ ਹੁੰਦੇ ਸਨ, ਭਾਵ ਪੜ੍ਹੇ ਲਿਖੇ ਲੋਕ ਸਨ। ਦਾ ਉਲਮਾਜ਼ ਵਰ ਦਾ ਲੀਡਰਸ ਆਫ ਦਾ ਰਿਲੀਜੀਅਸ ਕਲਾਸ, ਦੇ ਵਰ ਦਾ ਸਕਾਲਰਸ ਆਫ ਪਰਸ਼ੀਅਨ ਐਂਡ ਰਿਲੀਜੀਅਸ ਲਿਟਰੇਚਰ। ਉਹ ਸਾਹਿਤ ਦੇ ਉੱਘੇ ਵਿਦਵਾਨ ਸਨ। ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿੱਚ ਕੀ ਫਰਕ ਸੀ? ਮੁਸਲਿਮ ਲੋਕਾਂ ਦੇ ਭੋਜਨ ਵਿੱਚ ਮੱਖਣ, ਮਿਰਚ, ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ, ਜਦੋਂ ਕਿ ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੂ ਹੁੰਦਾ ਸੀ, ਕਿਉਂਕਿ ਮਾਸ ਖਾਣਾ ਹਿੰਦੂ ਧਰਮ ਦੇ ਵਿਰੁੱਧ ਸਮਝਿਆ ਜਾਂਦਾ ਸੀ। ਤਾਂ ਹਿੰਦੂ ਲੋਕ ਜ਼ਿਆਦਾਤਰ ਵੈਜੀਟੇਰੀਅਨ ਸਨ। ਬਟਰ, ਪੀਪਰ ਹੁੰਦਾ ਗਾ ਐਂਡ ਸਪਾਈਸਿਸ were used a lot in food of Muslims while the Hindus took simple and vegetarian food. ਸੈਯਦ ਕੌਣ ਸਨ? ਸੈਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ। ਹਜ਼ਰਤ ਮੁਹੰਮਦ ਸਾਹਿਬ ਮੁਸਲਿਮ ਧਰਮ ਦੇ ਸੰਸਥਾਪਕ ਹੋਏ ਹਨ। ਤਾਂ ਸੈਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਜੋ ਸਪੁੱਤਰੀ ਸੀ ਬੀਬੀ ਫਾਤਿਮਾ ਉਹਦੀ ਅੱਗੇ ਉਹਦੀ ਔਲਾਦ ਮੰਨਦੇ ਸਨ ਆਪਣੇ ਆਪ ਨੂੰ। ਤਾਂ ਕਰਕੇ ਇਹਨਾਂ ਦਾ ਵੀ ਮੁਸਲਿਮ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਆਦਰ ਕੀਤਾ ਜਾਂਦਾ ਸੀ। ਮੁਸਲਿਮ ਮੱਧ ਸ਼੍ਰੇਣੀ ਦਾ ਵਰਣਨ ਕਰੋ। ਇਸ ਸ਼੍ਰੇਣੀ ਵਿੱਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ। ਜੋ ਮੱਧ ਸ਼੍ਰੇਣੀ ਸੀ, ਮੱਧ ਭਾਵ ਲੋਕਾਂ ਦਾ ਟਾਈਮ ਪਾਸ ਹੋਣਾ, ਅਤੇ ਸਰਕਾਰੀ ਕਰਮਚਾਰੀ ਜੋ ਨੌਕਰੀ ਕਰਦੇ ਸਨ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ। ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ। ਮੁਸਲਮਾਨ ਔਰਤਾਂ ਜੰਪਰ, ਬਲਾਊਜ਼, ਘੱਗਰਾ
ਅਤੇ ਉਸ ਦੇ ਹੇਠਾਂ ਤੰਗ ਪਜਾਮਾ ਪਹਿਨਦੀਆਂ ਸਨ। ਦਾ ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ। ਸਰਦਾਰ ਅਤੇ ਅਮੀਰ। ਸਰਦਾਰ ਅਤੇ ਅਮੀਰਾਂ ਦੀ ਚੁਗਾਨ, ਘੋੜਸਵਾਰੀ, ਘੋੜ ਦੌੜ ਆਦਿ ਮਨਭਾਉਂਦੀਆਂ ਖੇਡਾਂ ਸਨ। ਚੌਪੜ ਦੀ ਖੇਡ, ਜੋ ਅਸੀਂ ਅੱਜ ਕੱਲ੍ਹ ਡਾਈਸ ਕਹਿ ਦਿੰਦੇ ਹਾਂ, ਚੌਪੜ ਦੀ ਖੇਡ ਅਮੀਰਾਂ ਅਤੇ ਗਰੀਬਾਂ ਦੋਹਾਂ ਵਿੱਚ ਪ੍ਰਚਲਿਤ ਸੀ। ਇਹ ਦੋਨੋਂ ਅਮੀਰ ਵੀ ਖੇਡਦੇ ਸਨ ਅਤੇ ਗਰੀਬ ਵੀ ਖੇਡਦੇ ਸਨ। ਇਸ ਤੋਂ ਅੱਗੇ 30 ਤੋਂ 50 ਸ਼ਬਦਾਂ ਵਾਲੇ ਕੁਐਸਚਨ ਆ ਗਏ। ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ। ਸਿਕੰਦਰ ਲੋਧੀ ਪਰਜਾ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ। ਉਸ ਦਾ ਫਰਜ਼ ਅਤੇ ਇਨਸਾਫ ਕੇਵਲ ਮੁਸਲਮਾਨਾਂ ਤੱਕ ਸੀਮਿਤ ਸੀ। ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ। ਹਿੰਦੂ ਦੇਵੀ ਦੇਵਤਿਆਂ ਦੇ ਬੁੱਤਾਂ ਅਤੇ ਮੰਦਰਾਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝਦਾ ਸੀ। ਜੋ ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਸੀ, ਉਹ ਕੇਵਲ ਮੁਸਲਮਾਨਾਂ ਦੇ ਲਈ ਸੀ। ਬਾਕੀ ਜੋ ਹਿੰਦੂ ਲੋਕ ਸੀ ਉਹਨਾਂ ਨੂੰ ਤਾਂ ਉਹ ਨਫ਼ਰਤ ਕਰਦਾ ਸੀ, ਕਿਉਂਕਿ ਉਸ ਸਮੇਂ ਸਮਾਜ ਦੋ ਭਾਗਾਂ ਹਿੰਦੂ ਅਤੇ ਮੁਸਲਮਾਨ ਸਮਾਜ ਵਿੱਚ ਵੰਡਿਆ ਹੋਇਆ ਸੀ ਅਤੇ ਲੋਧੀ ਸ਼ਾਸਕ ਸਾਰੇ ਮੁਸਲਮਾਨ ਸਨ। ਤਾਂ ਕਰਕੇ ਉਹ ਮੁਸਲਮਾਨਾਂ ਦੇ ਪ੍ਰਤੀ ਤਾਂ ਨਰਮ ਸੀ, ਪਰ ਹਿੰਦੂਆਂ ਨੂੰ ਉਹ ਨਫ਼ਰਤ ਕਰਦਾ ਸੀ। ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ। ਸਿਕੰਦਰ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਉਸਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ। ਉਸਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਦੌਲਤ ਖਾਂ ਲੋਧੀ ਨੂੰ ਨਿਯੁਕਤ ਕੀਤਾ। ਉਸ ਦੇ ਪ੍ਰਾਂਤ ਦੀਆਂ ਹੱਦਾਂ ਭੇਰਾ, ਜੋ ਪਾਕਿਸਤਾਨ ਵਾਲਾ ਪਾਸਾ ਹੈ, ਭੇਰਾ ਤੋਂ ਲੈ ਕੇ ਸਰਹੰਦ ਤੱਕ ਸਨ। ਦੀਪਾਲਪੁਰ ਵੀ ਪੰਜਾਬ ਦਾ ਇੱਕ ਸ਼ਕਤੀਸ਼ਾਲੀ ਉਪ ਪ੍ਰਾਂਤ ਸੀ। ਭਾਵ ਪੰਜਾਬ ਦੇ ਉੱਤੇ ਲੋਧੀ ਸੁਲਤਾਨਾਂ ਦੀ ਜੋ ਪਕੜ ਸੀ ਉਹ ਮਜ਼ਬੂਤ ਨਹੀਂ ਰਹੀ ਸੀ। ਇੱਕ ਨਾਂ ਮਾਤਰ ਹੀ ਪੰਜਾਬ ਦੇ ਉੱਤੇ ਲੋਧੀ ਸੁਲਤਾਨਾਂ ਦਾ ਰਾਜ ਸੀ। ਪਠਾਨਾਂ ਇਬਰਾਹਿਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ। ਪਠਾਨਾਂ ਦੀ ਬਗਾਵਤ। ਸਿਕੰਦਰ ਲੋਧੀ ਤੋਂ ਬਾਅਦ ਇਬਰਾਹਿਮ ਲੋਧੀ ਦਿੱਲੀ ਦਾ ਸੁਲਤਾਨ ਬਣਿਆ ਸੀ। ਪਠਾਨਾਂ ਦੀ ਬਗਾਵਤ, ਕਿਉਂਕਿ ਉਹ ਸ਼ੱਕੀ ਅਤੇ ਕਠੋਰ ਸੁਭਾਅ ਦਾ ਸੀ, ਇਬਰਾਹਿਮ ਨੇ ਪਠਾਨਾਂ ਵਿੱਚ ਤਕੜਾ ਅਨੁਸ਼ਾਸਨ ਕਾਇਮ ਕਰਨਾ ਚਾਹਿਆ। ਇਬਰਾਹਿਮ ਲੋਧੀ ਟਰਾਈ ਟੂ ਕ੍ਰੀਏਟ ਡਿਸਿਪਲਿਨ ਅਮੰਗ ਦਾ ਪਠਾਨਸ, ਪਰ ਉਹਨਾਂ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਬਗਾਵਤਾਂ ਨੂੰ ਦਬਾਉਣ ਵਿੱਚ ਉਹ ਅਸਫਲ ਰਿਹਾ, ਕਿਉਂਕਿ ਜਦੋਂ ਅਸੀਂ ਕਹਿੰਦੇ ਘਰ ਦਾ ਭੇਤੀ ਲੰਕਾ ਢਾਹੇ, ਜੇਕਰ ਉਹ ਆਪਣੇ ਸਰਦਾਰਾਂ ਨੂੰ, ਜੋ ਪਠਾਨ ਸਨ, ਉਹਨਾਂ ਨੂੰ ਆਪਣੇ ਪੱਖ ਵਿੱਚ ਕਰਕੇ ਰੱਖਦਾ, ਤਾਂ ਕਿਉਂ ਦੌਲਤ ਖਾਂ ਲੋਧੀ, ਕਿਉਂ ਆਲਮ ਖਾਂ ਲੋਧੀ ਇਸ ਦੇ ਵਿਰੁੱਧ ਸਾਜ਼ਿਸ਼ਾਂ ਕਰਦੇ, ਅਤੇ ਕਿਉਂ ਦੌਲਤ ਖਾਂ ਲੋਧੀ, ਕਿਉਂ ਆਲਮ ਖਾਂ ਲੋਧੀ ਬਾਬਰ ਦੇ ਕੋਲ ਜਾਂਦੇ। ਜੇ ਇਹਨਾਂ ਨੂੰ ਆਪਣੇ ਨਾਲ ਇੱਕ ਮੁੱਠ ਕਰਕੇ ਰੱਖਦਾ ਤਾਂ ਕਿਉਂ ਇਹ ਵੱਖਰਾ ਵੱਖਰਾ ਬਾਬਰ ਦਾ ਸਾਹਮਣਾ ਕਰਦੇ ਅਤੇ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਆਲਮ ਖਾਂ ਲੋਧੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ, ਬਾਬਰ ਨੂੰ ਵੀ, ਇਬਰਾਹਿਮ ਲੋਧੀ ਨੂੰ ਵੀ। ਜੇਕਰ ਇਹ ਇਕੱਠੇ ਰਹਿੰਦੇ ਤਾਂ ਬਾਬਰ ਕਦੇ ਵੀ ਪੰਜਾਬ ਦੇ 'ਤੇ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਸੀ ਅਤੇ ਪੰਜਾਬ ਦਾ ਇਤਿਹਾਸ ਕੁਝ ਹੋਰ ਹੋਣਾ ਸੀ। ਪੰਜਾਬ ਵਿੱਚ ਦੌਲਤ ਖਾਂ ਲੋਧੀ ਦੀ ਬਗਾਵਤ। ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਦੇ ਵਤੀਰੇ ਤੋਂ ਦੌਲਤ ਖਾਂ ਲੋਧੀ ਨੇ ਤੰਗ ਆ ਕੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾ ਲਿਆ। ਉਸਨੇ ਪਹਿਲਾਂ ਆਲਮ ਖਾਂ ਨਾਲ ਮਿਲ ਕੇ ਅਤੇ ਫਿਰ ਬਾਬਰ ਨੂੰ ਵੀ ਭਾਰਤ ਉੱਤੇ ਹਮਲਾ ਕਰਨ ਲਈ ਸੱਦਿਆ। ਇਹੀ ਦੋ ਮੁੱਖ ਬਗਾਵਤਾਂ ਸੀਗੀਆਂ ਜਿਨ੍ਹਾਂ ਨੇ ਲੋਧੀ ਵੰਸ਼ ਨੂੰ, ਲੋਧੀ ਸ਼ਾਸਨ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਜੇਕਰ ਇਬਰਾਹਿਮ ਲੋਧੀ ਇਹਨਾਂ ਦੋਨਾਂ ਦੇ ਪ੍ਰਤੀ ਨਰਮ ਵਤੀਰਾ ਰੱਖਦਾ ਤਾਂ ਇਹ ਹਾਲਤ ਨਹੀਂ ਹੋਣੀ ਸੀ। ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ? ਇਬਰਾਹਿਮ ਲੋਧੀ ਨੇ ਉਸ ਨਾਲ ਕੀ ਵਰਤਾਓ ਕੀਤਾ? ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵੱਲੋਂ ਦੋਸ਼ਾਂ ਦੀ ਸਫਾਈ ਦੇ ਲਈ ਗਿਆ ਸੀ। ਦਿਲਾਵਰ ਖਾਂ ਨੇ ਦਿੱਲੀ ਪੁੰਜੜ 'ਤੇ ਇਬਰਾਹਿਮ ਲੋਧੀ ਨੇ ਉਸ ਨੂੰ ਬੰਦੀ ਬਣਾ ਲਿਆ। ਉਸ ਨੂੰ ਬਹੁਤ ਡਰਾਇਆ ਧਮਕਾਇਆ ਗਿਆ, ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਦੌੜ ਗਿਆ। ਜਦੋਂ ਇਬਰਾਹਿਮ ਲੋਧੀ ਨੂੰ ਪਤਾ ਲੱਗਾ ਕਿ ਦੌਲਤ ਖਾਂ ਲੋਧੀ ਉਸ ਦੇ ਵਿਰੁੱਧ ਨੀਤੀਆਂ ਤੈਅ ਕਰ ਰਿਹਾ ਹੈ, ਤਾਂ ਇਬਰਾਹਿਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਦੇ ਵਿੱਚ ਬੁਲਾਇਆ। ਪਰ ਦੌਲਤ ਖਾਂ ਲੋਧੀ ਨੂੰ ਪਤਾ ਸੀ ਵੀ ਜੇਕਰ ਉਹ ਆਪ ਉੱਥੇ ਗਿਆ ਤਾਂ ਇਬਰਾਹਿਮ ਲੋਧੀ ਉਸ ਨਾਲ ਮਾੜੀ ਕਰੇਗਾ, ਤਾਂ ਉਸਨੇ ਖਾਨਾ ਪੂਰਤੀ ਵੀ ਕਰਨੀ ਸੀ, ਭਾਵ ਜਾਣਾ ਵੀ ਸੀ। ਤਾਂ ਉਸਨੇ ਕੀ ਕੀਤਾ, ਆਪ ਜਾਣ ਦੀ ਬਜਾਏ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਦਿੱਲੀ ਵਿਖੇ ਭੇਜਿਆ। ਜੋ ਇਬਰਾਹਿਮ ਲੋਧੀ ਨੂੰ
ਜੋ ਇਬਰਾਹਿਮ ਲੋਧੀ ਤੋਂ ਉਮੀਦ ਦੌਲਤ ਖਾਂ ਲੋਧੀ ਨੇ ਰੱਖੀ ਸੀ, ਭੈੜੇ ਵਰਤਾਓ ਵਾਲੀ, ਇਬਰਾਹਿਮ ਲੋਧੀ ਨੇ ਅਜਿਹਾ ਹੀ ਕੀਤਾ। ਉਸਨੇ ਦਿਲਾਵਰ ਖਾਂ ਲੋਧੀ ਨੂੰ ਬੰਦੀ ਬਣਾ ਲਿਆ ਅਤੇ ਉਸਨੂੰ ਡਰਾਇਆ, ਧਮਕਾਇਆ ਅਤੇ ਉਹਦੇ ਸਾਹਮਣੇ ਕੈਦੀਆਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਸੀ ਤਾਂ ਜੋ ਉਹ ਡਰ ਜਾਵੇ। ਪਰ ਕਿਵੇਂ ਨਾ ਕਿਵੇਂ ਕਰਕੇ ਦਿਲਾਵਰ ਖਾਂ ਲੋਧੀ ਜੇਲ੍ਹ ਦੇ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਜਦੋਂ ਉਸਨੇ ਆ ਕੇ ਆਪਣੇ ਪਿਤਾ ਨੂੰ ਸਾਰੀ ਗੱਲਬਾਤ ਦੱਸੀ ਤਾਂ ਦੌਲਤ ਖਾਂ ਲੋਧੀ ਨੇ ਇਸ ਦਾ ਬਦਲਾ ਲੈਣ ਦੇ ਲਈ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਬਾਬਰ ਦੇ ਕੋਲ ਭੇਜਿਆ ਸੀ। ਅਸੀਂ ਇਸ ਤੋਂ ਹੀ ਹਿਸਾਬ ਲਾ ਸਕਦੇ ਹਾਂ ਇਬਰਾਹਿਮ ਲੋਧੀ ਦਾ ਇਹ ਸਭ ਤੋਂ ਵੱਡਾ ਉਹ ਗੁਣ ਸੀ। ਜੇਕਰ ਉਹ ਦਿਲਾਵਰ ਖਾਂ ਲੋਧੀ ਨਾਲ ਅਜਿਹਾ ਨਾ ਕਰਦਾ ਤਾਂ ਦੌਲਤ ਖਾਂ ਲੋਧੀ ਬਾਬਰ ਦੇ ਕੋਲ ਆਪਣੇ ਪੁੱਤਰ ਨੂੰ ਸਹਾਇਤਾ ਦੇ ਲਈ ਕਿਉਂ ਭੇਜਦਾ। ਬਾਬਰ ਦੇ ਸੈਯਦਪੁਰ ਦੇ ਹਮਲੇ ਦਾ ਵਰਣਨ ਕਰੋ। ਸਤੰਬਰ 1519 ਈਸਵੀ ਵਿੱਚ ਸਿਆਲਕੋਟ ਜਿੱਤਣ ਤੋਂ ਬਾਅਦ ਫਿਰ ਬਾਬਰ ਨੇ ਸੈਯਦਪੁਰ ਉੱਤੇ ਹਮਲਾ ਕੀਤਾ। ਸੈਯਦਪੁਰ ਨੂੰ ਐਮਨਾਬਾਦ ਵੀ ਕਿਹਾ ਜਾਂਦਾ। ਉੱਥੋਂ ਦੀ ਰੱਖਿਅਕ ਸੈਨਾ ਨੇ ਬਾਬਰ ਦੀ ਧਾੜਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਅੰਤ ਬਾਬਰ ਦੀ ਜਿੱਤ ਹੋਈ, ਲੋਕਾਂ ਨੂੰ ਦਾਸ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਅਤਿਆਚਾਰਾਂ ਦਾ ਵਰਣਨ ਬਾਬਰ ਬਾਣੀ ਵਿੱਚ ਕੀਤਾ ਹੈ, ਕਿਉਂਕਿ ਜਦੋਂ ਸੈਯਦਪੁਰ ਐਮਨਾਬਾਦ 'ਤੇ ਬਾਬਰ ਨੇ ਹਮਲਾ ਕੀਤਾ ਸੀ ਤਾਂ ਉਹਨਾਂ ਕੈਦੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ। ਪਰ ਜਦੋਂ ਬਾਬਰ ਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ ਤਾਂ ਬਾਬਰ ਨੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਸੀ। ਜੇਕਰ ਤੁਹਾਨੂੰ ਕੁਐਸਚਨ ਆ ਜੇ ਬਾਬਰ ਨੇ ਕਿਹੜੇ ਹਮਲੇ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ ਸੀ, ਤਾਂ ਸੈਯਦਪੁਰ ਦੇ ਹਮਲੇ ਦੇ ਦੌਰਾਨ, ਜੋ ਕਿ ਸਤੰਬਰ 1519 ਵਿੱਚ ਕੀਤਾ ਸੀ। ਜੇ ਤੁਹਾਨੂੰ ਕੁਐਸਚਨ ਆ ਜੇ ਵੀ ਬਾਬਰ ਦੇ ਹਮਲੇ ਦਾ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਬਾਣੀ ਵਿੱਚ ਵਰਣਨ ਕੀਤਾ ਹੈ, ਬਾਬਰ ਬਾਣੀ ਵਿੱਚ ਵਰਣਨ ਕੀਤਾ ਹੈ। ਬਾਬਰ ਦੇ 1524 ਈਸਵੀ ਦੇ ਹਮਲੇ ਦਾ ਹਾਲ ਲਿਖੋ। ਦੌਲਤ ਖਾਂ ਲੋਧੀ ਨੇ ਬਾਬਰ ਨੂੰ ਪੰਜਾਬ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ, ਕਿਉਂਕਿ ਜਦੋਂ ਇਬਰਾਹਿਮ ਲੋਧੀ ਨੇ ਦਿਲਾਵਰ ਖਾਂ ਲੋਧੀ ਨੂੰ ਉੱਥੇ ਬੰਦੀ ਬਣਾਇਆ ਦਿੱਲੀ ਵਿਖੇ ਤਾਂ ਉਹ ਉੱਥੋਂ ਭੱਜ ਆਇਆ ਤਾਂ ਦੌਲਤ ਖਾਂ ਲੋਧੀ ਨੇ ਸਿੱਧਾ ਆਪਣੇ ਪੁੱਤਰ ਦਿਲਾਵਰ ਖਾਂ ਲੋਧੀ ਨੂੰ ਬਾਬਰ ਦੇ ਕੋਲ ਭੇਜਿਆ ਸੀ ਹਮਲਾ ਕਰਨ ਦੇ ਲਈ। 1524 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੂੰ ਹਰਾ ਕੇ ਲਾਹੌਰ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਲੰਧਰ ਅਤੇ ਦੀਪਾਲਪੁਰ ਉੱਤੇ ਵੀ ਕਬਜ਼ਾ ਕਰ ਲਿਆ। ਜਲੰਧਰ 'ਤੇ ਵੀ ਕਬਜ਼ਾ ਕਰ ਲਿਆ ਅਤੇ ਦੀਪਾਲਪੁਰ 'ਤੇ ਵੀ ਕਬਜ਼ਾ ਕਰ ਲਿਆ। ਦੌਲਤ ਖਾਂ ਲੋਧੀ ਨੂੰ ਆਸ ਸੀ ਕਿ ਬਾਬਰ ਜਿੱਤੇ ਹੋਏ ਇਲਾਕਿਆਂ ਦਾ ਅਧਿਕਾਰ ਦੌਲਤ ਖਾਂ ਲੋਧੀ ਨੂੰ ਦੇ ਕੇ ਆਪ ਵਾਪਸ ਕਾਬਲ ਚਲਾ ਜਾਵੇਗਾ, ਪਰ ਅਜਿਹਾ ਨਾ ਹੋਣ 'ਤੇ ਉਸਨੇ ਬਗਾਵਤ ਕਰ ਦਿੱਤੀ। ਜਦੋਂ ਅਜਿਹਾ ਨਾ ਹੋਇਆ ਤਾਂ ਦੌਲਤ ਖਾਂ ਲੋਧੀ ਨੇ ਬਗਾਵਤ ਕਰ ਦਿੱਤੀ। ਪਰ ਹਾਰ ਕੇ ਪਹਾੜਾਂ ਵਿੱਚ ਜਾ ਛੁਪਿਆ। ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਦਿੱਤਾ। ਲਾਹੌਰ ਨੂੰ ਬਾਬਰ ਆਪਣੇ ਪ੍ਰਤੀਨਿਧ ਅਬਦੁਲ ਅਜ਼ੀਜ਼ ਦੇ ਹਵਾਲੇ ਕਰਕੇ ਆਪ ਵਾਪਸ ਕਾਬਲ ਚਲਾ ਗਿਆ, ਕਿਉਂਕਿ ਬਾਬਰ ਨੂੰ ਸਮਝ ਆ ਗਈ ਸੀ ਕਿ ਉਹ ਆਲਮ ਖਾਂ ਦੌਲਤ ਖਾਂ ਲੋਧੀ ਉੱਤੇ ਭਰੋਸਾ ਨਹੀਂ ਕਰਦਾ, ਤਾਂ ਉਸਨੇ ਆਪਣੇ ਭਰੋਸੇਯੋਗ ਅਬਦੁਲ ਅਜ਼ੀਜ਼ ਨੂੰ ਲਾਹੌਰ ਦਾ ਸਾਰਾ ਪ੍ਰਬੰਧ ਉਸਨੂੰ ਸੰਭਾਲ ਦਿੱਤਾ, ਉਸਨੂੰ ਦੇ ਦਿੱਤਾ ਅਤੇ ਆਪ ਹੋਰ ਸੈਨਿਕ ਤਿਆਰੀ ਦੇ ਲਈ ਕਾਬੁਲ ਚਲਾ ਗਿਆ। ਆਲਮ ਖਾਂ ਨੇ ਪੰਜਾਬ ਨੂੰ ਹਥਿਆਉਣ ਲਈ ਕੀ ਯਤਨ ਕੀਤੇ। ਪਹਿਲੀ ਗੱਲ ਤਾਂ ਜੋ ਆਲਮ ਖਾਂ ਇਬਰਾਹਿਮ ਲੋਧੀ ਦਾ ਚਾਚਾ ਸੀ। ਸਾਡੀਆਂ ਕਈ ਕਿਤਾਬਾਂ ਵਿੱਚ ਆਲਮ ਖਾਂ ਲੋਧੀ ਨੂੰ ਇਬਰਾਹਿਮ ਲੋਧੀ ਦਾ ਚਚੇਰਾ ਭਰਾ ਲਿਖਿਆ ਹੋਇਆ, ਪਰ ਜੋ ਸਾਡੀ ਪੰਜਾਬ ਬੋਰਡ ਦੀ ਕਿਤਾਬ ਹੈ 10ਵੀਂ ਕਲਾਸ ਦੀ, ਉਸ ਦੇ ਵਿੱਚ ਆਲਮ ਖਾਂ ਲੋਧੀ ਨੂੰ ਇਬਰਾਹਿਮ ਲੋਧੀ ਦਾ ਚਾਚਾ ਲਿਖਿਆ ਹੋਇਆ। ਤਾਂ ਕਰਕੇ ਜੇਕਰ ਸਾਨੂੰ ਕੁਐਸਚਨ ਆ ਜੇ ਕਿ ਆਲਮ ਖਾਂ ਲੋਧੀ ਕੌਣ ਸੀ, ਤਾਂ ਅਸੀਂ ਆਲਮ ਖਾਂ ਲੋਧੀ ਇਬਰਾਹਿਮ ਲੋਧੀ ਦਾ ਚਾਚਾ ਕਹਾਂਗੇ। 1524 ਵਿੱਚ ਬਾਬਰ ਦੇ ਕਾਬਲ ਵਾਪਸ ਜਾਂਦੇ ਹੀ ਦੌਲਤ ਖਾਂ ਨੇ ਦੀਪਾਲਪੁਰ ਵਿੱਚੋਂ ਆਲਮ ਖਾਂ ਨੂੰ ਕੱਢ ਦਿੱਤਾ। ਜਦੋਂ ਸਾਰਾ ਪ੍ਰਬੰਧ ਬਾਬਰ ਅਬਦੁਲ ਅਜ਼ੀਜ਼ ਨੂੰ ਅਤੇ ਬਾਕੀ ਇਲਾਕੇ ਕੁਝ ਦਿਲਾਵਰ ਖਾਂ ਲੋਧੀ ਨੂੰ ਅਤੇ ਕੁਝ ਇਲਾਕਾ ਦੀਪਾਲਪੁਰ ਦਾ ਇਲਾਕਾ ਬਾਬਰ ਆਲਮ ਖਾਂ ਲੋਧੀ ਨੂੰ ਛੱਡ ਗਿਆ ਸੀ ਉੱਥੇ ਨਿਯੁਕਤ ਕਰਕੇ, ਤਾਂ ਜਿਉਂ ਹੀ ਉਹ ਵਾਪਸ ਗਿਆ ਤਾਂ ਦੌਲਤ ਖਾਂ ਲੋਧੀ ਨੇ ਆਲਮ ਖਾਂ ਨੂੰ ਉੱਥੋਂ ਕੱਢ ਦਿੱਤਾ।
ਆਲਮ ਖਾਂ ਨੇ ਕਾਬਲ ਵਿੱਚ ਜਾ ਕੇ ਬਾਬਰ ਨਾਲ ਸੰਧੀ ਕੀਤੀ। ਦੇਖੋ, ਪਹਿਲਾਂ ਇਬਰਾਹਿਮ ਲੋਧੀ ਦੇ ਭੈੜੇ ਵਰਤਾਓ ਕਰਕੇ ਦੌਲਤ ਖਾਂ ਲੋਧੀ ਮਦਦ ਵਾਸਤੇ ਗਿਆ। ਹੁਣ ਦੌਲਤ ਖਾਂ ਲੋਧੀ ਨੇ ਆਲਮ ਖਾਂ ਨਾਲ ਬੁਰੀ ਕੀਤੀ, ਆਪਸ ਵਿੱਚ ਹੀ ਲੜੀ ਗਏ ਸਾਰੇ। ਇਸ ਇਸ ਫੁੱਟ ਦਾ ਫਾਇਦਾ ਕਿਹਨੂੰ ਮਿਲਿਆ? ਬਾਬਰ ਨੂੰ। ਆਲਮ ਖਾਂ ਨੇ ਕਾਬਲ ਵਿੱਚ ਜਾ ਕੇ ਬਾਬਰ ਨਾਲ ਸੰਧੀ ਕੀਤੀ। ਸੰਧੀ ਅਨੁਸਾਰ ਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਫੌਜੀ ਸਹਾਇਤਾ ਦੇਵੇਗਾ। ਪਰ ਸਾਰੀ ਗੱਲਬਾਤ ਹੋ ਗਈ। ਬਾਬਰ ਕਹਿੰਦਾ ਵੀ ਮੈਂ ਤੈਨੂੰ ਦਿੱਲੀ ਦਾ ਬਾਦਸ਼ਾਹ ਬਣਾਉਣ ਵਾਸਤੇ ਫੌਜੀ ਸਹਾਇਤਾ ਦੇਵਾਂਗਾ, ਅਤੇ ਜੋ ਆਲਮ ਖਾਂ ਲੋਧੀ ਆ ਉਹ ਬਾਬਰ ਦਾ ਪੰਜਾਬ ਦੇ ਇਲਾਕਿਆਂ ਉੱਤੇ ਅਧਿਕਾਰ ਕਬੂਲ ਕਰੇਗਾ। ਪਰ ਜਦੋਂ ਉੱਥੋਂ ਵਾਪਸ ਆ ਕੇ ਆਲਮ ਖਾਂ ਦੌਲਤ ਖਾਂ ਨਾਲ ਮਿਲ ਕੇ ਦਿੱਲੀ ਉੱਤੇ ਹਮਲਾ ਕੀਤਾ। ਪਰ ਇੰਨਾ ਟਾਈਮ ਆਲਮ ਖਾਂ ਵੇਟ ਨਾ ਕਰ ਸਕਿਆ, ਸਬਰ ਨਾ ਕਰ ਸਕਿਆ, ਅਤੇ ਉੱਥੋਂ ਆ ਕੇ ਉਸ ਦਾ ਮਨ ਬਦਲ ਗਿਆ। ਉਸ ਦਾ ਮਨ ਅਜਿਹਾ ਬਦਲਿਆ ਕਿ ਜਿਹੜੀ ਗੱਲਬਾਤ ਉਹ ਬਾਬਰ ਦੇ ਨਾਲ ਕਰਕੇ ਆਇਆ ਸੀ ਉਸ ਤੋਂ ਭੜਕ ਗਿਆ, ਅਤੇ ਆਉਂਦੇ ਹੀ ਦੌਲਤ ਖਾਂ ਲੋਧੀ ਦੇ ਨਾਲ ਉਸਨੇ ਸੁਲ੍ਹਾ ਕਰ ਲਈ ਅਤੇ ਦੋਨਾਂ ਨੇ ਰਲ ਕੇ ਹਮਲਾ ਕੀਤਾ ਦਿੱਲੀ 'ਤੇ। ਪਰ ਵਾਪਸ ਆ ਕੇ ਦੌਲਤ ਖਾਂ ਨਾਲ ਮਿਲ ਕੇ ਦਿੱਲੀ ਉੱਤੇ ਹਮਲਾ ਕੀਤਾ, ਪਰ ਹਾਰ ਗਏ। ਤਾਂ ਇਸ ਤਰ੍ਹਾਂ ਆਲਮ ਖਾਂ ਦੇ ਪੰਜਾਬ ਜਿੱਤ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ। ਦੇਖੋ, ਜੇ ਉਹ ਆਪਣੀ ਉਸ ਗੱਲ 'ਤੇ ਟਿਕਿਆ ਰਹਿੰਦਾ, ਪਹਿਲੀ ਗੱਲ ਤਾਂ ਜਦੋਂ ਦੌਲਤ ਖਾਂ ਲੋਧੀ ਨੂੰ ਜਿੰਨੇ ਇਲਾਕੇ ਬਾਬਰ ਦੇ ਗਿਆ ਸੀ, ਦਿੱਤੇ ਬਾਬਰ ਨੇ, ਜੇ ਦੌਲਤ ਖਾਂ ਉਹਨਾਂ 'ਤੇ ਸਬਰ ਕਰ ਲੈਂਦਾ ਤਾਂ ਕਿਉਂ ਬਾਬਰ ਤੋਂ ਹਾਰਦਾ। ਫਿਰ ਦੌਲਤ ਖਾਂ ਨੇ ਆਲਮ ਖਾਂ ਲੋਧੀ ਨੂੰ ਕੱਢਤਾ ਦੀਪਾਲਪੁਰ 'ਚੋਂ। ਫਿਰ ਆਲਮ ਖਾਂ ਲੋਧੀ ਬਾਬਰ ਦੇ ਕੋਲ ਗਿਆ, ਸਾਰੀ ਗੱਲਬਾਤ ਕਰਿਆ ਆ। ਬਾਬਰ ਕਹਿੰਦਾ ਵੀ ਮੈਂ ਤੈਨੂੰ ਦਿੱਲੀ ਦਾ ਸੁਲਤਾਨ ਬਣਾਵਾਂਗਾ, ਆਪਣੀ ਫੌਜੀ ਸਹਾਇਤਾ ਦੇਵਾਂਗਾ, ਅਤੇ ਤੂੰ ਜੋ ਪੰਜਾਬ ਦੇ ਮੇਰੇ ਜਿੱਤੇ ਹੋਏ ਇਲਾਕੇ ਨੇ ਮੇਰਾ ਅਧਿਕਾਰ ਕਬੂਲ ਕਰੇਗਾ। ਦੇਖੋ, ਇੱਥੇ ਤੱਕ ਤਾਂ ਬਾਬਰ ਇਹਨਾਂ ਦੀ ਹਰ ਇੱਕ ਸ਼ਰਤ ਮੰਨ ਰਿਹਾ ਸੀ, ਪਰ ਇਸ ਤੋਂ ਅੱਗੇ ਜਾ ਕੇ ਸਾਰਾ ਇਤਿਹਾਸ ਬਦਲ ਜਾਵੇਗਾ। ਇਸ ਤਰ੍ਹਾਂ ਆਲਮ ਖਾਂ ਦੇ ਪੰਜਾਬ ਜਿੱਤ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ। ਇੱਥੇ ਆਲਮ ਖਾਂ ਦੀ ਕਹਾਣੀ ਖਤਮ ਹੋ ਗਈ। ਪਾਣੀਪਤ ਦੇ ਮੈਦਾਨ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੀ ਫੌਜ ਦੀ ਵਿਉਂਤਬੰਦੀ ਦੱਸੋ। ਜਦੋਂ ਆਲਮ ਖਾਂ ਦੌਲਤ ਖਾਂ ਦੇ ਵਿਰੁੱਧ ਬਾਬਰ ਦੇ ਕੋਲ ਗਿਆ ਸੀ, ਉਸ ਨਾਲ ਸੰਧੀ ਕਰਕੇ ਆਇਆ ਸੀ, ਤਾਂ ਬਾਬਰ ਨੇ ਉਸ ਨਾਲ ਜ਼ੁਬਾਨ ਕੀਤੀ ਸੀ ਕਿ ਮੈਂ ਤੈਨੂੰ ਫੌਜੀ ਸਹਾਇਤਾ ਦੇਵਾਂਗਾ। ਤਾਂ ਬਾਬਰ ਕੀਤੇ ਹੋਏ ਇਕਰਾਰ ਦੇ ਅਨੁਸਾਰ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਦੇ ਲਈ ਦੁਬਾਰੇ ਕਾਬਲ ਦੇ ਵਿੱਚੋਂ ਆਇਆ ਸੀ। ਤਾਂ ਰਸਤੇ ਦੇ ਵਿੱਚ ਉਸਨੇ ਦੌਲਤ ਖਾਂ ਲੋਧੀ ਨੂੰ ਹਰਾ ਦਿੱਤਾ ਸੀ, ਅਤੇ ਦੌਲਤ ਖਾਂ ਲੋਧੀ ਨੂੰ ਹਰਾ ਕੇ ਬਾਬਰ ਦਾ ਪੰਜਾਬ ਉੱਤੇ ਕਬਜ਼ਾ ਹੋ ਗਿਆ ਸੀ। ਜੇਕਰ ਆਲਮ ਖਾਂ ਆਪਣੀ ਪਹਿਲਾਂ ਵਾਲੀ ਸੰਧੀ ਦੇ ਅਨੁਸਾਰ ਸਬਰ ਕਰ ਲੈਂਦਾ ਤਾਂ ਬਾਬਰ ਨੇ ਪੰਜਾਬ ਤਾਂ ਜਿੱਤ ਹੀ ਲੈਣਾ ਸੀ। ਤਾਂ ਬਾਬਰ ਨੇ ਪੰਜਾਬ ਜਿੱਤ ਲਿਆ, ਅਤੇ ਇਸ ਵਾਰ ਉਸਨੇ ਆਲਮ ਖਾਂ ਲੋਧੀ ਨੂੰ ਪੰਜਾਬ ਦਾ ਕੋਈ ਹਿੱਸਾ ਨਾ ਦਿੱਤਾ, ਕਿਉਂਕਿ ਬਾਬਰ ਦਾ ਇਹਨਾਂ ਦੇ ਉੱਤੋਂ ਵਿਸ਼ਵਾਸ ਉੱਠ ਚੁੱਕਿਆ ਸੀ। ਤਾਂ ਦੌਲਤ ਖਾਂ ਲੋਧੀ ਨੂੰ ਹਰਾਉਣ ਤੋਂ ਬਾਅਦ ਬਾਬਰ ਦਿੱਲੀ ਵੱਲ ਵਧਿਆ, ਕਿਉਂਕਿ ਹੁਣ ਬਾਬਰ ਦਿੱਲੀ ਨੂੰ ਜਿੱਤਣਾ ਚਾਹੁੰਦਾ ਸੀ। ਤਾਂ ਜਦੋਂ ਇਬਰਾਹਿਮ ਲੋਧੀ ਨੂੰ ਪਤਾ ਲੱਗਿਆ ਕਿ ਬਾਬਰ ਆਪਣੀ ਸੈਨਾ ਲੈ ਕੇ ਦਿੱਲੀ ਵੱਲ ਆ ਰਿਹਾ, ਤਾਂ 1 ਲੱਖ ਸੈਨਿਕ ਲੈ ਕੇ ਇਬਰਾਹਿਮ ਲੋਧੀ ਵੀ ਦਿੱਲੀ ਵਾਲੇ ਪਾਸਿਓਂ ਚੱਲਿਆ, ਅਤੇ ਪਾਣੀਪਤ ਦੇ ਮੈਦਾਨ 'ਤੇ ਦੋਨੇ ਬਾਬਰ ਅਤੇ ਇਬਰਾਹਿਮ ਲੋਧੀ ਦੀਆਂ ਸੈਨਾ ਇਕੱਠੀਆਂ ਹੋ ਗਈਆਂ। ਭਾਵ ਇੱਕ ਪਾਸੇ ਬਾਬਰ ਦੀ ਸੈਨਾ ਅਤੇ ਦੂਜੇ ਪਾਸੇ ਇਬਰਾਹਿਮ ਲੋਧੀ ਦੀ ਸੈਨਾ ਨੇ ਡੇਰੇ ਲਾ ਲਏ। ਤਾਂ ਉਸ ਦੀ ਵਿਉਂਤਬੰਦੀ ਕੀ ਸੀ? ਇਬਰਾਹਿਮ ਲੋਧੀ ਦੀ ਸੈਨਾ 4 ਭਾਗਾਂ ਵਿੱਚ ਵੰਡੀ ਹੋਈ ਸੀ। ਉਸ ਦੀ ਥਾਂ 'ਤੇ ਇਬਰਾਹਿਮ ਲੋਧੀ ਕਰ ਲਿਓ, ਹਿਜ਼ ਆਰਮੀ ਦੀ ਥਾਂ 'ਤੇ ਉਸ ਦਾ ਨਾਮ ਪਾ ਲਿਓ ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਦੀ ਸੈਨਾ 4 ਭਾਗਾਂ ਵਿੱਚ ਵੰਡੀ ਹੋਈ ਸੀ। ਅੱਗੇ ਰਹਿਣ ਵਾਲੀ ਸੈਨਿਕ ਟੁਕੜੀ ਸਭ ਤੋਂ ਜੋ ਅੱਗੇ ਰਹਿੰਦੀ ਹੈ, ਕੇਂਦਰੀ, ਵਿਚਕਾਰ ਵਾਲੀ, ਖੱਬੇ ਅਤੇ ਸੱਜੇ ਹੱਥ ਦੀਆਂ ਸੈਨਾਵਾਂ, ਭਾਵ 4 ਸਭ ਤੋਂ ਅੱਗੇ ਦੀ ਸੈਨਾ ਜੋ ਅੱਗੇ ਦੁਸ਼ਮਣ 'ਤੇ ਅਟੈਕ ਕਰਦੀ ਹੈ, ਫਿਰ ਕੇਂਦਰੀ, ਫਿਰ ਸੱਜੇ ਅਤੇ ਖੱਬੇ ਦੀ ਸੈਨਾ ਦੇ ਅੱਗੇ ਲਗਭਗ 5000 ਹਾਥੀ ਸਨ। ਦੇਖੋ, ਹਾਥੀਆਂ ਦਾ ਮੁਕਾਬਲਾ ਤੋਪਾਂ ਦੇ ਨਾਲ ਕਰਾਉਣ ਨੂੰ ਫਿਰਦੇ ਨੇ। ਹਾਥੀਆਂ ਦਾ ਮੁਕਾਬਲਾ ਤੋਪਾਂ ਦੇ ਨਾਲ ਹੋਊਗਾ। ਅੱਗੇ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲ ਗੱਡੀਆਂ ਖੜ੍ਹੀਆਂ ਕੀਤੀਆਂ। ਉਸਨੇ ਉਹਨਾਂ ਬੈਲ ਗੱਡੀਆਂ ਨੂੰ ਚੰਗੀ ਤਰ੍ਹਾਂ ਰੱਸਿਆਂ ਨਾਲ ਬੰਨ੍ਹਿਆ। ਬੈਲ ਗੱਡੀਆਂ ਦੇ ਪਿੱਛੇ
ਤੋਪਖਾਨਾ ਸੀ। ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ। ਸੱਜੇ ਅਤੇ ਖੱਬੇ ਤੁਲਗਮਾ ਦਸਤੇ ਸਨ। ਤੁਲਗਮਾ ਦਸਤੇ ਹੁੰਦੇ ਹਨ, ਇੱਕ ਵਾਰ ਇਹਨਾਂ ਨੂੰ ਪਿੱਛੇ ਲੁਕੋ ਕੇ ਰੱਖਿਆ ਜਾਂਦਾ, ਛੁਪਾ ਕੇ ਰੱਖਿਆ ਜਾਂਦਾ, ਅਤੇ ਇੱਕੋ ਦਮ ਇਹ ਪਹਿਲਾਂ ਇੱਕ ਵਾਰ ਸਾਰੀ ਸੈਨਾ ਨੂੰ ਪਿੱਛੇ ਹਟਾ ਲਿਆ ਜਾਂਦਾ, ਭਾਵ ਦੁਸ਼ਮਣ ਨੂੰ ਲੱਗੇ ਕਿ ਦੁਸ਼ਮਣ ਨੇ ਹਾਰ ਮੰਨ ਲਈ ਹੈ। ਪਰ ਫਿਰ ਕੀ ਕਰਦੀ ਹੈ ਇਹ ਸੈਨਾ, ਇੱਕੋ ਦਮ ਸਾਹਮਣੇ ਬਾਰੇ ਦੁਸ਼ਮਣ 'ਤੇ ਇੱਕੋ ਦਮ ਅਟੈਕ ਕਰਦੀ ਹੈ। ਸਭ ਤੋਂ ਪਿੱਛੇ ਬਹੁਤ ਸਾਰੀ ਘੋੜ ਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ। ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ। ਇਹ ਉੱਚ ਸ਼੍ਰੇਣੀ ਦੇ ਲੋਕ ਸਨ। ਜੋ ਅਮੀਰ ਅਤੇ ਸਰਦਾਰ ਸਨ, ਇਹ ਉੱਚ ਸ਼੍ਰੇਣੀ ਦੇ ਲੋਕ ਸਨ। ਸਰਦਾਰ ਆਪਣੇ ਇਲਾਕੇ ਦੇ ਭੂਮੀਕਰ ਨੂੰ ਖੁਦ ਉਗਰਾਹੀ ਕਰਕੇ ਉਹ ਪੈਸਾ ਆਪਣੀਆਂ ਲੋੜਾਂ ਉੱਪਰ ਹੀ ਖਰਚ ਕਰਦੇ ਸਨ। ਸਰਦਾਰਾਂ ਦਾ ਕੰਮ ਮੁਹਿੰਮਾਂ ਵਿੱਚ ਹਿੱਸਾ ਲੈਣਾ ਸੀ। ਜੋ ਲੜਾਈਆਂ ਹੁੰਦੀਆਂ ਸਨ, ਕਿਉਂਕਿ ਇਹਨਾਂ ਨੂੰ ਜੋ ਜਗੀਰਾਂ ਮਿਲਦੀਆਂ ਸੀ, ਜਗੀਰਾਂ ਉੱਥੋਂ ਦਾ ਪ੍ਰਬੰਧ ਕਰਨ ਵਾਸਤੇ ਤੇ ਸੁਲਤਾਨ ਦੇ ਵਾਸਤੇ ਸੈਨਾ ਤਿਆਰ ਕਰਨ ਦੇ ਲਈ ਇਹਨਾਂ ਨੂੰ ਕੁਝ ਜਗੀਰਾਂ ਮਿਲਦੀਆਂ ਸਨ, ਤਾਂ ਜੋ ਇਹ ਚੰਗੀ ਤਰ੍ਹਾਂ ਉੱਥੋਂ ਕਮਾਈ ਕਰਕੇ ਚੰਗੇ ਸੈਨਿਕ ਤਿਆਰ ਕਰ ਸਕਣ। ਪਰ ਸਰਦਾਰ ਤਾਂ ਇੱਥੇ ਐਸ਼ ਪ੍ਰਸਤ ਹੋ ਚੁੱਕੇ ਸਨ। ਜਦੋਂ ਸੁਲਤਾਨਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ ਸੀ, ਤਾਂ ਸਰਦਾਰ ਵੀ ਕਿਸ ਕੰਮ ਦੇ। ਇਹ ਵੱਡੀਆਂ ਵੱਡੀਆਂ ਹਵੇਲੀਆਂ ਵਿੱਚ ਰਹਿੰਦੇ ਸਨ। ਇਹ ਕਈ ਵਿਆਹ ਕਰਵਾਉਂਦੇ ਸਨ। ਇਹ ਮਰਦ ਅਤੇ ਤੀਵੀਆਂ ਨੂੰ ਨੌਕਰ ਰੱਖਦੇ ਸਨ, ਜਿਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ। ਅਮੀਰ ਹੋਣ ਕਰਕੇ ਇਹ ਲੋਕ ਐਸ਼ ਪ੍ਰਸਤ ਅਤੇ ਦੁਰਾਚਾਰੀ ਸਨ। ਭਾਵ ਦਿੱਲੀ ਦੇ ਸ਼ਾਸਕਾਂ ਦੀ ਆਪਸੀ ਫੁੱਟ ਕਾਰਨ ਇਹ ਸਰਦਾਰ ਵੀ ਐਸ਼ ਪ੍ਰਸਤ ਹੋ ਗਏ ਸਨ। ਸੈਨਿਕ ਇਹਨਾਂ ਨੇ ਕਿਹੜੇ ਤਿਆਰ ਕਰਨੇ ਸਨ? ਇਹ ਤਾਂ ਕਈ ਵਿਆਹ ਕਰਾ ਕੇ ਰਾਜਿਆਂ ਮਹਾਰਾਜਾ ਵਾਂਗ ਜ਼ਿੰਦਗੀ ਜਿਉਣ ਲੱਗੇ ਸਨ। ਜੋ ਇਬਰਾਹਿਮ ਲੋਧੀ ਦੀ ਹਾਰ ਦਾ ਇੱਕ ਮੁੱਖ ਕਾਰਨ ਇਹ ਵੀ ਸਨ। ਜੇਕਰ ਇਹਨਾਂ ਨੇ ਚੰਗੇ ਸੈਨਿਕ ਤਿਆਰ ਕੀਤੇ ਹੁੰਦੇ ਤਾਂ ਇਬਰਾਹਿਮ ਲੋਧੀ ਕਿਉਂ ਹਾਰਦਾ। ਮੁਸਲਮਾਨਾਂ ਦੀ ਧਾਰਮਿਕ ਸ਼੍ਰੇਣੀ ਬਾਰੇ ਵਰਣਨ ਕਰੋ। ਮੁਸਲਮਾਨਾਂ ਦੀ ਧਾਰਮਿਕ ਜਮਾਤ ਵੀ ਅੱਗੇ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡੀ ਹੋਈ ਸੀ। ਪਹਿਲਾ ਉਲਮਾ, ਇਸ ਬਾਰੇ ਅਸੀਂ ਪੜ੍ਹ ਚੁੱਕੇ ਹਾਂ। ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ। ਉਹ ਲੋਕ ਅਰਬੀ ਅਤੇ ਧਾਰਮਿਕ ਸਾਹਿਤ ਦੇ ਉੱਘੇ ਵਿਦਵਾਨ ਸਨ। ਦੂਜੇ ਸੈਯਦ, ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਮਾ ਦੀ ਔਲਾਦ ਮੰਨਦੇ ਸਨ। ਸ਼ੇਖ, ਕਾਜੀ, ਮੁੱਲਾ ਇਹ ਹੋਰ ਵੀ ਧਾਰਮਿਕ ਸ਼੍ਰੇਣੀ ਵਿੱਚ ਆਉਂਦੇ ਸਨ। ਇਹ ਧਾਰਮਿਕ ਸ਼੍ਰੇਣੀ ਵਿੱਚ ਆਉਂਦੇ ਸਨ। ਇਸ ਤਰ੍ਹਾਂ ਇਹ ਮੁਸਲਿਮ ਧਾਰਮਿਕ ਜਮਾਤ ਹੈ। ਗੁਲਾਮ ਸ਼੍ਰੇਣੀ ਦਾ ਵਰਣਨ ਕਰੋ। ਮੁਸਲਮਾਨੀ ਸਮਾਜ ਵਿੱਚ ਸਭਨਾਂ ਤੋਂ ਨੀਵਾਂ ਥਾਂ ਗੁਲਾਮਾਂ ਦਾ ਸੀ। ਇਹਨਾਂ ਵਿੱਚ ਹੱਥੀਂ ਕੰਮ ਕਰਨ ਵਾਲੇ ਜਿਵੇਂ ਜੁਲਾਹੇ, ਲਾਹੌਰ, ਤਰਖਾਨ ਸਾਰੇ ਆ ਜਾਂਦੇ ਸਨ, ਅਤੇ ਹਿੰਜੜੇ, ਖਾਸ ਤੌਰ 'ਤੇ ਖੁਸਰੇ ਆ ਜਾਂਦੇ ਸਨ। ਗੁਲਾਮ ਲੜਾਈ ਦੇ ਦੌਰਾਨ ਮੈਦਾਨ ਵਿੱਚ ਹਾਰੇ ਬੈਰੀ ਦੇ ਬੰਦੇ ਵੀ ਹੁੰਦੇ ਸਨ। ਇਹਨਾਂ ਨੂੰ ਬਾਹਰਲੇ ਦੇਸ਼ਾਂ ਤੋਂ ਵੀ ਲਿਆਂਦਾ ਜਾਂਦਾ ਸੀ। ਹਿੰਜੜੇ ਗੁਲਾਮਾਂ ਨੂੰ ਬੇਗਮਾਂ ਦੀ ਖਿਦਮਤ ਕਰਨ ਲਈ ਰਣਵਾਸਾ ਹੁੰਦਾ, ਜਿੱਥੇ ਬੇਗਮਾਂ ਰਹਿੰਦੀਆਂ ਸਨ ਉਹਨਾਂ ਦਾ ਰਹਿਣ ਦਾ ਥਾਂ, ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਸੀ ਤਾਂ ਜੋ ਇਹ ਬੇਗਮਾਂ ਦੀ ਦੇਖਭਾਲ ਕਰ ਸਕਣ। ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚ ਪਦਵੀ ਲੈ ਸਕਦੇ ਸਨ ਅਤੇ ਛੁਟਕਾਰਾ ਪਾ ਸਕਦੇ ਸਨ। ਜੇਕਰ ਗੁਲਾਮ ਕੋਈ ਬਹਾਦਰੀ ਦਿਖਾ ਦਿੰਦਾ, ਜਿਸ ਤਰ੍ਹਾਂ ਅਸੀਂ ਦਿੱਲੀ ਸਲਤਨਤ ਦੇ ਮੋਢੀ ਕੁਤਬਉੱਦੀਨ ਐਬਕ ਬਾਰੇ ਦੇਖੀਏ। ਕੁਤਬਉੱਦੀਨ ਐਬਕ ਮੁਹੰਮਦ ਗੌਰੀ ਦਾ ਗੁਲਾਮ ਸੀ। ਉਸ ਤੋਂ ਬਾਅਦ ਇਲਤੁਤਮਿਸ਼, ਉਹ ਕੁਤਬਉੱਦੀਨ ਐਬਕ ਦਾ ਗੁਲਾਮ ਸੀ। ਪਰ ਇਲਤੁਤਮਿਸ਼ ਆਪਣੀ ਬਹਾਦਰੀ ਕਰਕੇ ਕੁਤਬਉੱਦੀਨ ਐਬਕ ਨੇ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੱਤਾ ਸੀ ਅਤੇ ਉਸ ਨੂੰ ਅਮੀਰ ਏ ਸ਼ਿਕਾਰ ਦੀ ਪਦਵੀ ਵੀ ਦਿੱਤੀ ਸੀ। ਇਸ ਤਰ੍ਹਾਂ ਗੁਲਾਮ ਆਪਣੀ ਬਹਾਦਰੀ ਨਾਲ ਆਜ਼ਾਦੀ ਵੀ ਪ੍ਰਾਪਤ ਕਰ ਲੈਂਦੇ ਸਨ। ਮੁਸਲਮਾਨ ਲੋਕ ਕੀ ਖਾਂਦੇ ਸਨ? ਉੱਚ ਸ਼੍ਰੇਣੀ ਦੇ ਲੋਕਾਂ ਦਾ ਭੋਜਨ ਵਿੱਚ ਮੱਖਣ, ਮਿਰਚ, ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ। ਪਲਾਓ ਅਤੇ ਕੌਰਮਾ ਉਹਨਾਂ ਦਾ ਮੁੱਖ ਮਨਭਾਉਂਦਾ ਖਾਣਾ ਸੀ। ਜੋ ਸਧਾਰਨ ਆਮ ਲੋਕ ਸਨ, ਉਹ ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਹਨਾਂ ਦਾ ਨਿੱਤ ਦਾ ਭੋਜਨ ਸੀ। ਮੁਸਲਮਾਨ ਕਾਮਿਆਂ ਵਿੱਚ ਭੋਜਨ ਨਾਲ ਲੱਸੀ ਪੀਣ ਦਾ ਵੀ ਆਮ ਰਿਵਾਜ ਸੀ, ਜੋ ਬਿਲਕੁਲ
ਛੋਟੀ ਸ਼੍ਰੇਣੀ ਨੀਵੀਂ ਸ਼੍ਰੇਣੀ ਆ ਗਏ, ਉਹ ਲੱਸੀ ਦੇ ਨਾਲ ਰੋਟੀ ਪੀਣ ਦਾ ਉਹਨਾਂ ਦਾ ਆਪਣਾ ਹੀ ਵੱਖਰਾ ਨਜ਼ਾਰਾ ਸੀ। ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ। ਅਮੀਰ ਲੋਕ ਤੁਰੇ ਵਾਲੀਆਂ ਪਗੜੀਆਂ ਬੰਨ੍ਹਦੇ ਸਨ, ਤੁਰਲੇ ਵਾਲੀਆਂ ਪਗੜੀਆਂ ਬੰਨ੍ਹਦੇ ਸਨ। ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ, ਆਪਣੀ ਜੇਬ ਵਿੱਚ ਉਹ ਰੁਮਾਲ ਰੱਖਦੇ ਸਨ। ਜੋ ਸ਼ਾਹੀ ਗੁਲਾਮ ਸਨ ਉਹ ਆਪਣੀ ਢਿੱਡ ਦੇ ਉੱਤੇ ਕਮਰ ਕਸਾ ਕਰਕੇ ਰੱਖਦੇ ਸਨ ਅਤੇ ਆਪਣੀ ਜੇਬ ਵਿੱਚ ਉਹ ਰੁਮਾਲ ਰੱਖਦੇ ਸਨ। ਇਸ ਤੋਂ ਇਲਾਵਾ ਅਸੀਂ ਇਹ ਵੀ ਲਿਖ ਸਕਦੇ ਹਾਂ ਕਿ ਉਹ ਲਾਲ ਰੰਗ ਦੇ ਜੁੱਤੇ ਪਾਉਂਦੇ ਸਨ। ਜੋ ਸ਼ਾਹੀ ਗੁਲਾਮ ਸੀ ਉਹ ਲਾਲ ਰੰਗ ਦੇ ਜੁੱਤੇ ਵੀ ਪਾ ਕੇ ਰੱਖਦੇ ਸਨ। ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਜਿਵੇਂ ਅਸੀਂ ਅੱਜ ਕੱਲ੍ਹ ਦੇਖਦੇ ਹਾਂ, ਜੋ ਧਾਰਮਿਕ ਨੇਤਾ ਹੁੰਦੇ ਨੇ ਉਹ ਆਮ ਤੌਰ 'ਤੇ ਸੂਤੀ ਕੱਪੜੇ ਪਾਉਂਦੇ ਨੇ, ਚਿੱਟੇ ਰੰਗ ਦੇ। ਸੂਫੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ। ਸੂਫੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ। ਮੁਸਲਮਾਨ ਔਰਤਾਂ ਜੰਪਰ, ਘੱਗਰਾ ਅਤੇ ਉਸ ਦੇ ਹੇਠਾਂ ਤੰਗ ਪਜਾਮਾ ਪਹਿਨਦੀਆਂ ਸਨ। ਇਹ ਮੁਸਲਮਾਨ ਔਰਤਾਂ ਦਾ ਪਹਿਰਾਵਾ ਸੀ। ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ। ਮੁਸਲਮਾਨੀ ਸਮਾਜ ਵਿੱਚ ਇਸਤਰੀ ਨੂੰ ਸਤਿਕਾਰਯੋਗ ਸਥਾਨ ਪ੍ਰਾਪਤ ਨਹੀਂ ਸੀ। ਜਿਵੇਂ ਕਿ ਅਸੀਂ ਪਾਠ ਦੇ ਸ਼ੁਰੂ ਵਿੱਚ ਪੜ੍ਹਿਆ ਸੀ ਕਿ ਇਸਤਰੀ ਦੀ ਹਾਲਤ ਬੜੀ ਹੀ ਤਰਸਯੋਗ ਸੀ। ਇਸਤਰੀ ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਇਸਤਰੀਆਂ ਦੇ ਹਰਮ ਹੁੰਦੇ ਸਨ। ਭਾਵ ਅਮੀਰ ਅਤੇ ਸਰਦਾਰ ਕਈ ਵਿਆਹ ਕਰਾ ਕੇ ਇਸਤਰੀਆਂ ਨੂੰ ਉਸ ਹਰਮਾਂ ਦੇ ਵਿੱਚ, ਜਿੱਥੇ ਇਸਤਰੀਆਂ ਨੂੰ ਰੱਖਿਆ ਜਾਂਦਾ, ਉਹਨੂੰ ਹਰਮ ਕਹਿੰਦੇ ਹਨ। ਘਰਾਂ ਦੀਆਂ ਇਸਤਰੀਆਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ ਸਨ। ਭਾਵ ਇਸਤਰੀਆਂ ਨੰਗੇ ਮੂੰਹ ਬਾਹਰ ਨਹੀਂ ਜਾ ਸਕਦੀਆਂ ਸਨ। ਉਹਨਾਂ ਨੂੰ ਆਪਣਾ ਮੂੰਹ ਢੱਕ ਕੇ ਜਾਣ ਨੂੰ, ਮੂੰਹ ਢੱਕਣ ਨੂੰ ਅਸੀਂ ਬੁਰਕਾ ਕਹਿੰਦੇ ਹਾਂ। ਤਾਂ ਇਸਤਰੀਆਂ ਮੂੰਹ ਢੱਕ ਕੇ ਹੀ ਬਾਹਰ ਨਿਕਲ ਸਕਦੀਆਂ ਸਨ। ਭਾਵ ਪਰਦੇ ਦੀ ਪ੍ਰਥਾ ਜਾਰੀ ਸੀ। ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ ਪਾਤ ਬਾਰੇ ਲਿਖੋ। ਉਸ ਸਮੇਂ ਦਾ ਸਮਾਜ, ਉਸ ਸਮੇਂ ਦਾ ਹਿੰਦੂ ਸਮਾਜ ਬ੍ਰਾਹਮਣ, ਖੱਤਰੀ, ਵੈਂਸ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਇਹਨਾਂ ਜਾਤਾਂ ਤੋਂ ਬਿਨਾਂ ਹੋਰ ਵੀ ਕਈ ਉਪਜਾਤਾਂ ਵਿੱਚ ਜਾਤਾਂ ਪੈਦਾ ਹੋ ਚੁੱਕੀਆਂ ਸਨ। ਬ੍ਰਾਹਮਣ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਕੇ ਸਵਾਰਥੀ ਬਣ ਗਏ ਸਨ। ਉਹ ਮੁਸਲਮਾਨਾਂ ਦੀ ਚਾਪਲੂਸੀ ਕਰਕੇ ਆਪਣੀ ਸ਼੍ਰੇਣੀ ਨੂੰ ਸੁਰੱਖਿਅਤ ਰੱਖਦੇ ਸਨ। ਭਾਵ ਉਹ ਉਹਨਾਂ ਪ੍ਰਤੀ ਉਹਨਾਂ ਦੀ ਚਾਪਲੂਸੀ ਕਰਦੇ ਤਾਂ ਜੋ ਉਹਨਾਂ ਨੂੰ ਜਜੀਆ ਕਰ ਵਗੈਰਾ ਨਾ ਦੇਣਾ ਪਵੇ, ਯਾਤਰਾ ਕਰ ਨਾ ਦੇਣਾ ਪਵੇ। ਬ੍ਰਾਹਮਣਾਂ ਨੇ ਹਿੰਦੂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾ ਦਿੱਤਾ ਸੀ ਅਤੇ ਉਹ ਛੂਤ ਛਾਤ ਦਾ ਪ੍ਰਚਾਰ ਵੀ ਕਰਦੇ ਸਨ। ਜੋ ਉਸ ਸਮੇਂ ਸਾਡਾ ਹਿੰਦੂ ਸਮਾਜ ਸੀਗਾ, ਹਿੰਦੂ ਸਮਾਜ ਵੀ ਬਹੁਤ ਜ਼ਿਆਦਾ ਬੁਰਾਈਆਂ ਵਿੱਚ ਫਸਿਆ ਹੋਇਆ ਸੀ। ਪਹਿਲੀ ਗੱਲ ਤਾਂ 4 ਜਾਤਾਂ ਵਿੱਚ ਵੰਡਿਆ ਹੋਇਆ ਸੀ। ਜੋ ਸਭ ਤੋਂ ਹੇਠਲੀ ਜਾਤ ਸੀ ਸ਼ੂਦਰ, ਇਹਨਾਂ ਨਾਲ ਤਾਂ ਬੜਾ ਹੀ ਮਾੜਾ ਵਿਵਹਾਰ ਕੀਤਾ ਜਾਂਦਾ ਸੀ। ਇਹਨਾਂ ਜਾਤਾਂ ਤੋਂ ਬਿਨਾਂ ਹੋਰ ਵੀ ਕਈ ਜਾਤਾਂ ਪੈਦਾ ਹੋ ਚੁੱਕੀਆਂ ਸਨ। ਫਿਰ ਅਸੀਂ ਦੇਖਿਆ ਬ੍ਰਾਹਮਣ ਸਮਾਜ, ਜਿਹੜੇ ਬ੍ਰਾਹਮਣ ਸੀ ਉਹ ਸਮਾਜ ਪ੍ਰਤੀ ਆਪਣੇ ਫਰਜ਼ ਭੁੱਲ ਚੁੱਕੇ ਸਨ ਅਤੇ ਉਹਨਾਂ ਨੇ ਸਮਾਜ ਨੂੰ ਬਹੁਤ ਸਾਰੇ ਵਹਿਮਾਂ ਭਰਮਾਂ ਵਿੱਚ ਫਸਾ ਦਿੱਤਾ ਸੀ। ਉਹ ਛੂਤ ਛਾਤ ਦਾ ਪ੍ਰਚਾਰ ਵੀ ਕਰਦੇ ਸਨ। ਬਾਬਰ ਅਤੇ ਇਬਰਾਹਿਮ ਲੋਧੀ ਦੀ ਸੈਨਾ ਬਾਰੇ ਲਿਖੋ। ਇਹ ਕੁਐਸਚਨ ਅਸੀਂ ਪਹਿਲਾਂ ਕਰ ਚੁੱਕੇ ਹਾਂ। ਬਿਲਕੁਲ ਉਹੀ ਆਨਸਰ ਆ ਇਹਦਾ, ਤਾਂ ਤੁਸੀਂ ਇਹ ਪਹਿਲਾਂ ਵਾਲਾ ਕੁਐਸਚਨ ਦੇਖ ਕੇ ਕਰ ਸਕਦੇ ਹੋ। ਇਸ ਤੋਂ ਅੱਗੇ ਵੱਡੇ ਕੁਐਸਚਨ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ। ਇਹ ਅਸੀਂ ਪਹਿਲਾਂ ਸਾਰਾ ਜੋ ਪਾਠ ਪੜ੍ਹਿਆ ਹੈ ਉਸ ਦੇ ਵਿੱਚੋਂ ਹੀ ਲਿਖ ਸਕਦੇ ਹਾਂ। ਕਮਜ਼ੋਰ ਸ਼ਾਸਕ, ਪੰਜਾਬ ਦਿੱਲੀ ਸਲਤਨਤ ਦਾ ਇੱਕ ਹਿੱਸਾ ਸੀ, ਪਰ ਕਮਜ਼ੋਰ ਸ਼ਾਸਕਾਂ ਕਰਕੇ ਪੰਜਾਬ ਦਾ ਸ਼ਾਸਨ ਖਰਾਬ ਹੋ ਗਿਆ ਸੀ। ਅੱਗੇ ਜਿਹੜੇ ਸੁਲਤਾਨ ਸੀਗੇ ਉਹ ਲੋਕਾਂ ਨਾਲ ਵਧੀਆ ਵਿਵਹਾਰ ਨਹੀਂ ਕਰਦੇ ਸਨ, ਤਾਂ ਲੋਕਾਂ ਦੀ ਭਲਾਈ ਦਾ ਉਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਰਾਜਨੀਤਿਕ ਅਰਾਜਕਤਾ ਅਸੀਂ ਪੜ੍ਹ ਚੁੱਕੇ ਹਾਂ ਵੀ ਸਰਦਾਰਾਂ ਨੇ ਅਤੇ ਰਾਜ ਦਰਬਾਰੀਆਂ ਨੇ ਵਿਦਰੋਹ ਕਰ ਦਿੱਤੇ ਸਨ, ਤਾਂ ਕਰਕੇ ਪੰਜਾਬ ਦੇ ਵਿੱਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ। ਯੁੱਧ ਦਾ ਅਖਾੜਾ, ਪੰਜਾਬ ਨੂੰ ਜਿੱਤੇ ਬਿਨਾਂ ਦਿੱਲੀ ਦੀ ਸੱਤਾ ਹਾਸਲ ਕਰਨ ਦੇ ਲਈ, ਪੰਜਾਬ ਨੂੰ ਜਿੱਤੇ ਬਿਨਾਂ ਦਿੱਲੀ ਦੀ ਸੱਤਾ ਹਾਸਲ ਕਰਨ ਦੇ ਲਈ, ਪੰਜਾਬ ਨੂੰ ਜਿੱਤੇ ਬਿਨਾਂ ਦਿੱਲੀ ਦੀ ਸੱਤਾ ਹਾਸਲ ਨਹੀਂ ਕੀਤੀ ਜਾ ਸਕਦੀ ਸੀ। ਇਸ ਲਈ ਪੰਜਾਬ ਯੁੱਧ ਦਾ ਅਖਾੜਾ ਬਣ ਗਿਆ ਸੀ। ਪੰਜਾਬ ਯੁੱਧਾਂ ਦਾ ਅਖਾੜਾ ਬਣ ਗਿਆ ਸੀ। ਗ੍ਰਹਿ ਯੁੱਧ
ਅਸੀਂ ਪੜ੍ਹਿਆ ਹੈ ਕਿ ਗ੍ਰਹਿ ਯੁੱਧ ਦੌਲਤ ਖਾਂ ਲੋਧੀ, ਆਲਮ ਖਾਂ ਲੋਧੀ ਇਹ ਸਾਰੇ ਆਪਸ ਦੇ ਵਿੱਚ ਹੀ ਭਿੜ ਪਏ ਸਨ। ਇਸ ਲਈ ਦਿੱਲੀ ਸੱਤਾ ਲਈ ਇਬਰਾਹਿਮ ਲੋਧੀ, ਦੌਲਤ ਖਾਂ ਅਤੇ ਆਲਮ ਖਾਂ ਲੋਧੀ ਦੇ ਆਪਸੀ ਸੰਘਰਸ਼ ਨੇ ਪੰਜਾਬ ਨੂੰ ਗ੍ਰਹਿ ਯੁੱਧ ਦੀ ਅੱਗ ਵਿੱਚ ਧੱਕ ਦਿੱਤਾ। ਬਾਬਰ ਦੇ ਹਮਲੇ। ਉੱਧਰੋਂ ਬਾਬਰ ਨੇ ਵੀ ਕਾਬਲ ਦੇ ਸ਼ਾਸਕ ਬਾਬਰ ਨੇ ਵੀ ਘਰੇਲੂ ਫੁੱਟ ਦਾ ਲਾਭ ਉਠਾ ਕੇ ਪੰਜਾਬ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ। ਇਹ ਬਿਲਕੁਲ ਅਸੀਂ ਨੇ ਜੋ 1524 ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਉਹੀ ਇਸ ਵਿੱਚ ਲਿਖ ਸਕਦੇ ਹਾਂ। ਬਾਬਰ ਦੀ ਪੰਜਾਬ ਜਿੱਤ ਪਾਣੀਪਤ ਦੀ ਲੜਾਈ ਤੋਂ ਬਾਅਦ ਹੋਈ ਸੀ। ਪਾਣੀਪਤ ਦੀ ਜਿਹਦੀ ਲੜਾਈ ਜਿੱਤਣ ਤੋਂ ਬਾਅਦ ਬਾਬਰ ਨੇ ਪੰਜਾਬ ਨੂੰ ਜਿੱਤਿਆ ਸੀ। ਇਹ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ। ਇਬਰਾਹਿਮ ਲੋਧੀ ਦੀ ਸੈਨਾ 4 ਭਾਗਾਂ ਵਿੱਚ ਵੰਡੀ ਹੋਈ ਸੀ। ਇਹ ਅਸੀਂ ਪਹਿਲਾਂ ਕਰ ਚੁੱਕੇ ਹਾਂ। ਸੈਨਾ ਦੇ ਅੱਗੇ 5000 ਹਾਥੀ ਸਨ, ਇਹ ਵੀ ਕਰ ਚੁੱਕੇ ਹਾਂ। ਅੱਗੇ ਬਾਬਰ ਦੀ ਸੈਨਾ ਬਾਰੇ ਇਹ ਵੀ ਅਸੀਂ ਪਹਿਲਾਂ ਕਰ ਚੁੱਕੇ ਹਾਂ। ਬਿਲਕੁਲ ਉਹੀ ਕੁਐਸਚਨ ਆ, ਇਹ ਵੀ ਅਸੀਂ ਉਹੀ ਦੇਖ ਕੇ ਲਿਖ ਸਕਦੇ ਹਾਂ। ਅੱਗੇ ਫਿਰ 21 ਅਪ੍ਰੈਲ 1526 21 ਅਪ੍ਰੈਲ 1526 ਇੱਥੇ ਮੈਂ ਥੋੜ੍ਹਾ ਵੀਡੀਓ ਰੋਕ ਦਿੰਦਾ ਤਾਂ ਜੋ ਤੁਸੀਂ ਆਪਣਾ ਆਨਸਰ ਚੰਗੀ ਤਰ੍ਹਾਂ ਦੇਖ ਸਕੋ। ਇੱਕੀ ਅਪ੍ਰੈਲ 1526 ਨੂੰ ਬਾਬ ਇਬਰਾਹਿਮ ਲੋਧੀ ਦੀ ਫੌਜ ਨੇ ਹਮਲਾ ਕੀਤਾ। ਦੇਖੋ ਇੱਕ ਹਫ਼ਤੇ ਤੱਕ ਕਿਸੇ ਨੇ ਕੋਈ ਹਮਲਾ ਨਾ ਕੀਤਾ, ਪਰ ਪਹਿਲ ਕੀਤੀ ਇਬਰਾਹਿਮ ਲੋਧੀ ਨੇ। ਬਾਬਰ ਦੇ ਤੋਪਖਾਨੇ ਦੀ ਗੋਲਾਬਾਰੀ ਤੋਂ ਡਰ ਕੇ ਲੋਧੀ ਦੇ ਹਾਥੀਆਂ ਨੇ ਆਪਣੀ ਹੀ ਫੌਜ ਨੂੰ ਕੁਚਲ ਦਿੱਤਾ। ਬਾਬਰ ਦੀਆਂ ਤੁਲਗਮਾ ਦਸਤਿਆਂ ਨੇ ਬੈਰੀ ਨੂੰ ਘੇਰ ਲਿਆ। ਇਬਰਾਹਿਮ ਲੋਧੀ ਅਤੇ ਉਸ ਦੇ 5000 ਸੈਨਿਕ ਮਾਰੇ ਗਏ। ਬਾਬਰ ਨੂੰ ਇਸ ਤਰ੍ਹਾਂ ਪੰਜਾਬ ਉੱਤੇ ਪੂਰਨ ਜਿੱਤ ਪ੍ਰਾਪਤ ਹੋਈ। ਇਸ ਤਰ੍ਹਾਂ ਅਸੀਂ ਇਸ ਵੀਡੀਓ ਰਾਹੀਂ ਸ਼੍ਰੇਣੀ 10ਵੀਂ ਪਾਠ ਨੰਬਰ 2 ਵਿਸ਼ਾ ਇਤਿਹਾਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੀਤੇ ਹਨ, ਤਾਂ ਜੋ ਜਿਹੜੇ ਵਿਦਿਆਰਥੀ ਅੰਗਰੇਜ਼ੀ ਮਾਧਿਅਮ ਰਾਹੀਂ 10ਵੀਂ ਕਰ ਰਹੇ ਹਨ ਉਹ ਆਪਣਾ ਕੰਮ ਇੱਥੋਂ ਦੇਖ ਕੇ ਕਰ ਸਕਣ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਸੌਖੇ ਤਰੀਕੇ ਨਾਲ ਕਰ ਸਕਣ। ਧੰਨਵਾਦ।